ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਕਾਬਲ ਦੀ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਈ ਤਾਂ ਉਹਨਾਂ ਨਾਲ ਭਾਈ ਕਰੋੜੀ ਮੱਲ ਵੀ ਆਇਆ, ਜਿਹੜਾ ਇੱਕ ਚੰਗੀ ਨਸਲ ਦੇ 2 ਘੋੜੇ ਜਿਨ੍ਹਾਂ ਦਾ ਨਾਂ ਗੁਲਬਾਗ ਤੇ ਦਿਲਬਾਗ ਸੀ, ਗੁਰੂ ਜੀ ਨੂੰ ਭੇਂਟ ਕਰਨ ਵਾਸਤੇ ਲਿਆਇਆ। ਜਦ ਇਹ ਸਾਰੀ ਸੰਗਤ ਲਾਹੌਰ ਵਿੱਚ ਘੁੰਮ ਰਹੀ ਸੀ ਤਾਂ ਲਾਹੌਰ ਦੇ ਹਾਕਮ ਅਨਾਇਤੁੱਲਾ ਦੀ ਨਜ਼ਰ ਉਹਨਾਂ ਘੋੜਿਆਂ ਤੇ ਪੈ ਗਈ। ਅਨਾਇਤੁੱਲਾ ਨੇ ਉਹ ਘੋੜੇ ਮੁੱਲ ਲੈਣੇ ਚਾਹੇ, ਪਰ ਕਰੋੜੀ ਮੱਲ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹ ਘੋੜੇ ਵੇਚਣ ਵਾਸਤੇ ਨਹੀਂ, ਬਲਕਿ ਆਪਣੇ ਇਸ਼ਟ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਂਟ ਕਰਨ ਵਾਸਤੇ ਲਿਆਇਆ ਹੈ। ਹਾਕਮ ਉਸ ਦੀ ਇਸ ਗੱਲ ਤੇ ਚਿੜ ਗਿਆ ਤੇ ਉਸਨੇ ਦੋਵੇਂ ਘੋੜੇ ਖੋਹ ਲਏ। ਜਦ ਕਾਬਲ ਦੀ ਸੰਗਤ ਗੁਰੂ ਸਾਹਿਬ ਪਾਸ ਪੁੱਜੀ ਤਾਂ ਸਾਰੀਆਂ ਸੰਗਤਾਂ ਕਾਰ ਭੇਟ ਰੱਖ ਮੱਥਾ ਟੇਕ ਕੇ ਬੈਠ ਗਈਆਂ, ਪਰ ਕਰੋੜੀ ਮੱਲ ਕੋਈ ਭੇਂਟ ਅੱਗੇ ਰੱਖਣ ਦੀ ਥਾਂ ਉਦਾਸ ਲਹਿਜੇ ਵਿੱਚ ਬੋਲਿਆ, ਮਹਾਰਾਜ ਜੀ, ਮੈਂ ਆਪ ਜੀ ਨੂੰ ਭੇਂਟ ਕਰਨ ਵਾਸਤੇ 2 ਵਧੀਆ ਨਸਲ ਦੇ ਘੋੜੇ ਗੁਲਬਾਗ ਅਤੇ ਦਿਲਬਾਗ ਲਿਆਇਆ ਸੀ, ਪਰ ਉਹ ਰਾਹ ਵਿੱਚ ਹੀ ਲਾਹੌਰ ਦੇ ਹਾਕਮ ਅਨਾਇਤੁੱਲਾ ਨੇ ਖੋਹ ਲਏ ਹਨ। ਮੇਰੇ ਪਾਸ ਹੁਣ ਆਪ ਜੀ ਨੂੰ ਭੇਂਟ ਕਰਨ ਲਈ ਕੁਝ ਨਹੀਂ ਬਚਿਆ। ਗੁਰੂ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਹੱਸਦੇ ਹੋਏ ਬੋਲੇ, ਤੇਰੇ ਘੋੜੇ ਸਾਨੂੰ ਪਹੁੰਚ ਗਏ ਹਨ, ਉਹਨਾਂ ਨੂੰ ਹੁਣ ਆਪੇ ਲੈ ਆਵਾਂਗੇ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਤੇ ਬਹੁਤ ਖੁਸ਼ ਹੋਏ ਹਾਂ, ਤੇਰੀ ਕੀਮਤੀ ਭੇਟਾ ਪ੍ਰਾਪਤ ਕਰਕੇ ਹੀ ਛੱਡਾਂਗੇ। ਭਾਈ ਕਰੋੜੀ ਮੱਲ ਨੂੰ ਤਸੱਲੀ ਹੋ ਗਈ ਤੇ ਉਹ ਖੁਸ਼ ਹੋ ਗਿਆ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਆਪਣੇ ਪਾਸ ਬੁਲਾਇਆ, ਉਸ ਨੂੰ ਥਾਪੜਾ ਦਿੱਤਾ ਤੇ 5 ਗੁਰੂ ਸਾਹਿਬਾਂ ਦਾ ਨਾਂ ਲੈ ਕੇ ਅਰਦਾਸ ਕੀਤੀ ਤੇ ਉਸ ਨੂੰ ਲਾਹੌਰ ਵੱਲ ਕੱਲ ਦਿੱਤਾ। ਬਿਧੀ ਚੰਦ ਲਾਹੌਰ ਪੁੱਜ ਕੇ ਭਾਈ ਜੀਵਨ ਦੇ ਘਰ ਠਹਿਰ ਗਿਆ। ਅਗਲੇ ਦਿਨ ਉਸਨੇ ਇੱਕ ਕਾਹੀ ਦਾ ਭੇਸ ਧਾਰ ਲਿਆ ਤੇ ਵਧੀਆ ਘਾਹ ਦੀ ਇੱਕ ਪੰਡ ਖੋਦ ਕੇ ਤੇ ਝਾੜ ਕੇ ਕਿਲੇ ਦੀ ਬਾਹਰਲੀ ਦੀਵਾਰ ਕੋਲ ਜਾ ਬੈਠਾ। ਘੋੜਿਆਂ ਦਾ ਦਰੋਗਾ ਸੈਦੇ ਖਾਂ ਜਦ ਬਾਹਰ ਆਇਆ ਤਾਂ ਵਧੀਆ ਘਾਹ ਵੇਖ ਕੇ ਬਹੁਤ ਪ੍ਰਸੰਨ ਹੋਇਆ, ਪਰ ਘਾਹ ਦੀ ਸਸਤੇ ਮੁੱਲ ਤੇ ਮਿਲ ਜਾਣ ਉੱਤੇ ਹੋਰ ਵੀ ਬਹੁਤ ਖੁਸ਼ ਹੋਇਆ। ਉਹ ਕਾਹੀ ਬਿਧੀ ਚੰਦ ਨੂੰ ਪੰਡ ਚੁਕਾਈ ਤੇ ਘੋੜਿਆਂ ਨੂੰ ਪਾਉਣ ਲਈ ਉਸ ਨੂੰ ਸ਼ਾਹੀ ਅਸਤਬਲ ਵਿੱਚ ਲੈ ਗਿਆ। ਭਾਈ ਬਿਧੀ ਚੰਦ ਘੋੜਿਆਂ ਨੂੰ ਘਾਹ ਪਾਉਂਦੇ ਰਹੇ ਤੇ ਉਹਨਾਂ ਨੂੰ ਪਲੋਸ ਕੇ ਪਿਆਰ ਵੀ ਦਿੰਦੇ ਰਹੇ। ਭਾਈ ਬਿਧੀ ਚੰਦ ਰੋਜ਼ ਘਾਹ ਲਿਆਉਂਦਾ ਤੇ ਘੋੜਿਆਂ ਨੂੰ ਪਾਉਂਦਾ। ਇਸ ਨਿੱਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਭਾਈ ਬਿਧੀ ਚੰਦ ਨੂੰ ਪਛਾਣਨ ਲੱਗ ਗਏ ਤੇ ਜਦੋਂ ਘਾਹ ਲੈ ਕੇ ਆਉਂਦਾ ਤਾਂ ਉਹ ਅੱਗੋਂ ਹਿਣਕਦੇ। ਸੈਦੇ ਖਾਂ ਨੇ ਭਾਈ ਬਿਧੀ ਚੰਦ ਦਾ ਇੰਨਾ ਪਿਆਰ ਵੇਖ ਕੇ ਉਸ ਨੂੰ ਘੋੜਿਆਂ ਦੀ ਸੇਵਾ ਲਈ ਨੌਕਰ ਰੱਖ ਲਿਆ। ਆਪ ਉਹ ਬੜੇ ਭੋਲੇ ਭਾਲੇ ਬਣ ਕੇ ਰਹਿੰਦੇ ਸਨ, ਪਰ ਘੋੜਿਆਂ ਨਾਲ ਆਪਣਾ ਸਨੇਹ ਦਿਨ ਬਦਿਨ ਵਧਾਈ ਜਾਂਦੇ ਸਨ। ਉਹ ਰੋਜ਼ ਰਾਤ ਨੂੰ ਇੱਕ ਵੱਡਾ ਪੱਥਰ ਬਾਹਰ ਦਰਿਆ ਵਿੱਚ ਸੁੱਟ ਦਿੰਦੇ ਸਨ। ਦਰਿਆ ਰਾਵੀ ਕਿਲੇ ਦੀਆਂ ਕੰਧਾਂ ਨੂੰ ਛੂਹ ਕੇ ਵਹਿ ਰਿਹਾ ਸੀ। ਪੱਥਰ ਸੁੱਟਣ ਦੇ ਖੜਾਕ ਨੂੰ ਸੁਣ ਕੇ ਜਦ ਚੌਕੀਦਾਰ ਵੇਖਦੇ ਤੇ ਉਹਨਾਂ ਨੂੰ ਕੁਝ ਨਾ ਦਿਸਦਾ। ਆਖਰ ਉਹਨਾਂ ਸਮਝਿਆ ਕਿ ਕੋਈ ਜਾਨਵਰ ਕਿਲੇ ਦੀ ਕੰਧ ਨਾਲ ਆ ਟਕਰਾਉਂਦਾ ਹੈ, ਇਸ ਲਈ ਇਸ ਪਾਸਿਓਂ ਉਹ ਉਵੇਸਲੇ ਹੋ ਗਏ। ਬਿਧੀ ਚੰਦ ਆਪਣੀ ਤਨਖਾਹ ਵੀ ਪਹਿਰੇਦਾਰਾਂ ਨੂੰ ਖਵਾ ਪਿਆ ਛੱਡਦੇ ਸਨ। ਉਹ ਉਹਨਾਂ ਤੇ ਬਹੁਤ ਖੁਸ਼ ਸਨ। ਜਦ ਬਿਧੀ ਚੰਦ ਨੂੰ ਅਗਲੀ ਤਨਖਾਹ ਮਿਲੀ ਤਾਂ ਉਹਨਾਂ ਪਹਿਰੇਦਾਰਾਂ ਨੂੰ ਇੰਨਾ ਖਵਾਇਆ ਪਿਆਇਆ ਕਿ ਉਹ ਬੇਹੋਸ਼ ਹੋ ਗਏ। ਬਿਧੀ ਚੰਦ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਫਿਰ ਉਹਨਾਂ ਚਾਬੀਆਂ ਲਈਆਂ, ਘੋੜੇ ਗੁਲਬਾਗ ਨੂੰ ਖੋਲ੍ਹਿਆ ਤੇ ਪਿੱਛੋਂ ਹਟਾ ਕੇ ਉਸ ਤੋਂ ਐਨੇ ਜ਼ੋਰ ਦੀ ਛਾਲ ਮਰਵਾਈ ਕਿ ਉਹ ਬਿਧੀ ਚੰਦ ਸਮੇਤ ਕਿਲਾ ਟੱਪ ਕੇ ਦਰਿਆ ਵਿੱਚ ਕੁੱਦ ਗਿਆ। ਭਾਈ ਬਿਧੀ ਚੰਦ ਜੀ ਘੋੜਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਚ ਲੈ ਕੇ ਪੁੱਜੇ। ਗੁਰੂ ਜੀ ਨੇ ਭਰੀ ਸੰਗਤ ਵਿੱਚ ਭਾਈ ਬਿਧੀ ਚੰਦ ਦੀ ਬਹੁਤ ਪ੍ਰਸ਼ੰਸਾ ਕੀਤੀ। ਸਾਰੇ ਭਾਈ ਬਿਧੀ ਚੰਦ ਦੀ ਇਸ ਸਫਲਤਾ ਉੱਤੇ ਅਤ ਖੁਸ਼ ਹੋਏ, ਪਰ ਘੋੜਾ ਬਿਮਾਰ ਰਹਿਣ ਲੱਗਾ। ਇਸ ਉੱਤੇ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ, ਤੁਹਾਡਾ ਕਾਰਜ ਹੁਣ ਅਧੂਰਾ ਹੈ, ਕਿਉਂਕਿ ਇਹ ਘੋੜਾ ਆਪਣੇ ਸਾਥੀ ਦੇ ਬਿਨਾਂ ਰੋਗੀ ਰਹਿੰਦਾ ਹੈ। ਤੁਸੀਂ ਫੇਰ ਕਸ਼ਟ ਕਰੋ ਤੇ ਦੂਜਾ ਘੋੜਾ ਵੀ ਲੈ ਕੇ ਆਓ। ਬਿਧੀ ਚੰਦ ਜੀ ਆਗਿਆ ਅਨੁਸਾਰ ਫੇਰ ਲਾਹੌਰ ਪੁੱਜੇ। ਇਸ ਵਾਰ ਉਹਨਾਂ ਨੇ ਜੋਤਿਸ਼ ਵਿਗਿਆਨ ਦੇ ਜਾਣਕਾਰ ਦੇ ਰੂਪ ਵਿੱਚ ਸ਼ਾਹੀ ਕਿਲੇ ਦੇ ਸਾਹਮਣੇ ਆਪਣੀ ਦੁਕਾਨ ਸਜਾ ਲਈ ਤੇ ਲੱਗੇ ਲੋਕਾਂ ਦਾ ਭਵਿੱਖ ਪੜ੍ਹਨ। ਇੱਕ ਦਿਨ ਉਹਨਾਂ ਦੇ ਕੋਲ ਦਰੋਗਾ ਵੀ ਆ ਪੜਿਆ। ਉਸਨੇ ਵੀ ਆਪਣਾ ਹੱਥ ਵਿਖਾਇਆ। ਬਸ ਫਿਰ ਕੀ ਸੀ, ਭਾਈ ਬਿਧੀ ਚੰਦ ਜੀ ਉਸ ਨੂੰ ਦੱਸਣ ਲੱਗੇ, ਤੁਹਾਡੀ ਕੋਈ ਚੋਰੀ ਹੋਈ ਹੈ?
ਸ਼ਾਇਦ ਕੋਈ ਘਰੇਲੂ ਪਸ਼ੂ। ਇਹ ਸੁਣਨਾ ਸੀ ਕਿ ਦਰੋਗਾ ਨੂੰ ਵਿਸ਼ਵਾਸ ਹੋ ਗਿਆ। ਉਹ ਕਹਿਣ ਲੱਗਾ, ਮੈਂ ਤੁਹਾਨੂੰ ਮੂੰਹ ਮੰਗਿਆ ਪੈਸਾ ਦੇਵਾਂਗਾ, ਤੁਸੀਂ ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਵਿਸਥਾਰ ਵਿੱਚ ਉਪਲਬਧ ਕਰਵਾ ਦਿਓ। ਇਸ ਉੱਤੇ ਜੋਤਸ਼ੀ ਰੂਪ ਵਿੱਚ ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਉਸ ਨੂੰ ਉਹ ਸਥਾਨ ਤੇ ਉੱਥੋਂ ਦੇ ਮਾਹੌਲ ਦਾ ਅਧਿਐਨ ਕਰਨਾ ਹੋਵੇਗਾ, ਤਾਂ ਹੀ ਤਾਂ ਉਹ ਚੋਰ ਦੇ ਵਿਸ਼ੇ ਵਿੱਚ ਠੀਕ ਜੋਤਿਸ਼ ਦੇ ਅੰਕੜਿਆਂ ਦੀ ਗਿਣਤੀ ਪ੍ਰਾਪਤ ਕਰ ਸਕਦਾ ਹੈ। ਦਰੋਗਾ ਤੁਰੰਤ ਉਹਨਾਂ ਨੂੰ ਅਸਤਬਲ ਵਿੱਚ ਲੈ ਆਇਆ। ਜੋਤਿਸ਼ ਰੂਪ ਵਿੱਚ ਬਿਧੀ ਚੰਦ ਨੇ ਸਾਰੇ ਸਥਾਨਾਂ ਨੂੰ ਧਿਆਨ ਵਜੋਂ ਵੇਖਿਆ ਤੇ ਫਿਰ ਸੁੰਘਿਆ। ਫਿਰ ਕਿਹਾ, ਇੱਥੇ ਉਸ ਦੇ ਨਾਲ ਦਾ ਇੱਕ ਘੋੜਾ ਹੋਰ ਵੀ ਹੈ, ਸ਼ਾਇਦ ਇੱਥੇ ਹੈ। ਉਹਨਾਂ ਨੇ ਦੂਜੇ ਘੋੜੇ ਨੂੰ ਪਹਿਚਾਣ ਕੇ ਦੱਸਿਆ ਤੇ ਕਿਹਾ, ਤੁਹਾਡੇ ਘੋੜੇ ਦੀ ਚੋਰੀ ਅੱਧੀ ਰਾਤ ਨੂੰ ਹੋਈ ਹੈ। ਉਸ ਪਰਿਸਥਿਤੀਆਂ ਵਿੱਚ ਅਨੁਮਾਨ ਲਗਾਏ ਜਾ ਸਕਦੇ ਹਨ। ਇਸ ਪ੍ਰਕਾਰ ਦਰੋਗਾ ਉਸ ਦੀ ਚਾਲ ਵਿੱਚ ਫਸ ਗਿਆ। ਉਹ ਅੱਧੀ ਰਾਤ ਦੀ ਉਡੀਕ ਕਰਨ ਲੱਗੇ। ਕਿਹਾ, ਅੱਧੀ ਰਾਤ ਦੇ ਸਮੇਂ ਬਿਧੀ ਚੰਦ ਜੀ ਨੇ ਬਹੁਤ ਹੀ ਸਹਿਜ ਅਤੇ ਟਰਮੇ ਨਾਲ ਅਭਿਨੈ ਕਰਦਿਆਂ ਹੋਇਆਂ ਕਿਹਾ, ਤੁਸੀਂ ਸਭ ਉਸੇ ਪ੍ਰਕਾਰ ਦਾ ਮਾਹੌਲ ਤਿਆਰ ਕਰੋ। ਮੈਂ ਠੀਕ ਅਨੁਭਵ ਲਗਾਉਂਦਾ ਹਾਂ। ਜਦੋਂ ਸਭ ਆਪਣੇ ਕਮਰਿਆਂ ਵਿੱਚ ਸੌਂ ਗਏ ਤਾਂ ਭਾਈ ਬਿਧੀ ਚੰਦ ਜੀ ਨੇ ਦਰੋਗਾ ਜੀ ਵੱਲੋਂ ਕਿਹਾ, ਕਿਰਪਾ ਕਰਕੇ ਇਸ ਘੋੜੇ ਉੱਤੇ ਕਾਠੀ ਲਗਵਾਓ। ਮੈਂ ਇਸ ਉੱਤੇ ਬੈਠ ਕੇ ਇਸ ਨੂੰ ਘੁਮਾ ਫਿਰਾ ਕੇ ਅਖੀਰ ਫੈਸਲੇ ਉੱਤੇ ਜਲਦੀ ਹੀ ਪਹੁੰਚ ਜਾਵਾਂਗਾ। ਅਜਿਹਾ ਹੀ ਕੀਤਾ ਗਿਆ। ਉਦੋਂ ਭਾਈ ਬਿਧੀ ਚੰਦ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਉਸ ਨੂੰ ਖੂਬ ਘੁਮਾਇਆ ਫਿਰਾਇਆ। ਅਚਾਨਕ ਹੀ ਉਹ ਦਰੋਗਾ ਨੂੰ ਦੱਸਣ ਲੱਗੇ, ਤੁਹਾਡਾ ਰੱਖਿਆ ਨੌਕਰ ਘੋੜੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲੈ ਗਿਆ ਹੈ ਤੇ ਹੁਣ ਉਹੀ ਦੁਬਾਰਾ ਜੋਤਿਸ਼ ਦੇ ਰੂਪ ਵਿੱਚ ਇਸ ਨੂੰ ਉੱਥੇ ਲੈ ਕੇ ਜਾ ਰਿਹਾ ਹੈ। ਤੇ ਉਹਨਾਂ ਨੇ ਕਿਲੇ ਦੀ ਦੀਵਾਰ ਟੱਪੀ ਤੇ ਰਾਵੀ ਨਦੀ ਵਿੱਚ ਘੋੜੇ ਸਹਿਤ ਛਲਾਂਗ ਲਗਾ ਦਿੱਤੀ। ਉਹ ਇਸ ਜੁਗਤੀ ਨਾਲ ਦੂਜਾ ਘੋੜਾ ਵੀ ਗੁਰੂ ਚਰਨਾਂ ਵਿੱਚ ਲਿਆਉਣ ਵਿੱਚ ਸਫਲ ਹੋ ਗਏ। ਜਦ ਦੂਸਰਾ ਘੋੜਾ ਵੀ ਲੈ ਕੇ ਉਹ ਗੁਰੂ ਜੀ ਪਾਸ ਪਹੁੰਚ ਗਏ ਤਾਂ ਗੁਰੂ ਜੀ ਨੇ ਉਸ ਨੂੰ ਛਾਤੀ ਨਾਲ ਲਾਇਆ ਤੇ ਕਿਹਾ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਪ੍ਰੇਮ ਭਗਤ ਲੀਨਾ ਕਦੀ ਕਮੀ ਨਾ। ਸਾਨੂੰ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਭਾਈ ਸਾਹਿਬ ਵਾਂਗੂ ਗੁਰੂ ਹੁਕਮ ਮੰਨਣ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕ ਲਈ ਮਾਫ ਕਰ